ਸਸਕਾਤੂਨ ਸਿਟੀ ਨੇ ਦੱਸਿਆ ਕਿ ਕੋਵਿਡ-19 ਦੇ ਕਰਕੇ ਉੱਥੇ ਹਾਲਾਤ ਇਹੋ ਜਿਹੇ ਬਣ ਗਏ ਨੇ ਕਿ ਸਟੇਟਸ ਰੈੱਡ ਜ਼ੋਨ ਐਲਾਨ ਦਿੱਤਾ ਗਿਆ ਹੈ। ਸਸਕੈਚਵਨ ਦੇ ਬੈਟਲਫੋਰਡ ਦੇ ਵਿੱਚ ਆਰਸੀਐਮਪੀ ਨੇ ਦੱਸਿਆ ਕਿ ਉਹ ਇਹਨਾਂ 3 ਜਣਿਆਂ ਦੀ ਭਾਲ ਕਰ ਰਹੇ ਨੇ ਜਿਨ੍ਹਾਂ ਦੇ ਸਕੈਚ ਜਾਰੀ ਕੀਤੇ ਗਏ ਨੇ। ਦਰਅਸਲ ਇੱਕ ਘਰ ਦੇ ਵਿੱਚ ਵੜ ਕੇ ਕਿਸੇ ਦੇ ਉੱਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਉੱਤਰੀ ਹਿੱਸੇ ਦੇ ਵਿੱਚ ਬੈਟਲਫੋਰਡ ਦੇ 7 ਨਵੰਬਰ 2020 ਨੂੰ, ਜਿਸ ਦੇ ਵਿੱਚ ਇਹਨਾਂ 3 ਜਣਿਆਂ ਦੀ ਭਾਲ ਕੀਤੀ ਜਾ ਰਹੀ ਹੈ। ਸਸਕਾਤੂਨ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਉੱਥੇ ਸਸਕਾਤੂਨ ਇਨ ਦੇ ਵਿੱਚ ਕਾਰਬਨ ਮੋਨੋਆਕਸਾਈਡ ਫੈਲਣ ਦਾ ਮਾਮਲਾ ਸਾਹਮਣੇ ਆਇਆ ਤੇ ਰਾਤ ਨੂੰ ਫਾਇਰ ਫਾਈਟਰ ਮੌਕੇ ਦੇ ਉੱਤੇ ਪਹੁੰਚੇ, ਜਿੱਥੇ ਕਿ ਤੁਰੰਤ ਸਸਕਾਤੂਨ ਇਨ ਨੂੰ ਖਾਲੀ ਕਰਵਾਇਆ ਗਿਆ। ਸਵੇਰੇ 2:42 ਦਾ ਸਮਾਂ ਸੀ ਜਦੋਂ ਇਹ ਵਾਪਰਿਆ। ਸਿਟੀ ਆਫ ਰਜਾਇਨਾ ਨੇ ਇੱਕ ਪੁਰਾਣੀ ਚਰਚ ਦੀ ਥਾਂ ਖਰੀਦੀ ਹੈ, ਜਿੱਥੇ ਕਿ ਬੇਕਰਾਂ ਦੀ ਮਦਦ ਦੇ ਲਈ ਹਾਊਸਿੰਗ ਕੰਪਲੈਕਸ ਬਣਾਇਆ ਜਾਵੇਗਾ, ਜਿਸ ਦੇ ਵਿੱਚ 29 ਯੂਨਿਟ ਬਣਾਏ ਜਾਣਗੇ। ਰਜਾਇਨਾ ਵਿੱਚ ਇਸ ਸਮੇਂ ਜ਼ਿਆਦਾ ਠੰਡ ਦੇ ਕਰਕੇ ਲੋੜਵੰਦਾਂ ਦੀ ਮਦਦ ਕੀਤੇ ਜਾਣ ਦੇ ਲਈ ਕਈ ਸੰਸਥਾਵਾਂ ਅੱਗੇ ਆ ਰਹੀਆਂ ਨੇ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਸਮੇਂ ਦਾਨ ਇਕੱਠਾ ਕਰ ਰਹੇ ਨੇ। ਜੇਕਰ ਕੋਈ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਦਾ ਹੈ। ਕੈਨੇਡਾ ਦੇ ਸਿਹਤ ਮੰਤਰੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਹ ਸੂਬਿਆਂ ਦੇ ਉੱਤੇ ਨਿਰਭਰ ਕਰੇਗਾ ਕਿ ਉਹ ਕੋਵਿਡ-19 ਦੇ ਟੀਕਿਆਂ ਨੂੰ ਲਾਜ਼ਮੀ ਕਰਦੇ ਨੇ ਜਾਂ ਨਹੀਂ, ਜਿਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਸੂਬੇ ਇਸ ਦੇ ਉੱਤੇ ਇਹ ਫੈਸਲਾ ਜ਼ਰੂਰ ਲੈਣ ਕਿ ਕੋਵਿਡ-19 ਦੇ ਟੀਕਿਆਂ ਨੂੰ ਲਾਜ਼ਮੀ ਕੀਤਾ ਜਾਵੇ। ਵਿਨੀਪੈਗ ਵਿੱਚ ਪਿਛਲੇ 31 ਸਾਲ ਤੋਂ ਚੱਲ ਰਿਹਾ ਇੱਕ ਰੈਸਟੋਰੈਂਟ ਜੋ ਕਿ ਮੇਨ ਸਟਰੀਟ ਦੇ ਉੱਤੇ ਮੌਜੂਦ ਹੈ, ਬਲੌਂਡੀਜ਼ ਬਰਗਰਸ, ਜੋ ਬੰਦ ਹੋਣ ਜਾ ਰਿਹਾ ਹੈ, ਜਿਸ ਦੇ ਬਾਰੇ ਬਲੌਂਡੀਜ਼ ਬਰਗਰਸ ਦੇ ਮਾਲਕ ਸੈਂਡੀ ਡੋਲ ਨੇ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਨਵਰੀ 15 ਇਸ ਰੈਸਟੋਰੈਂਟ ਦਾ ਆਖਰੀ ਦਿਨ ਹੈ। ਮੈਨੀਟੋਬਾ ਐਸੋਸੀਏਸ਼ਨ ਆਫ ਹੈਲਥ ਕੇਅਰ ਪ੍ਰੋਫੈਸ਼ਨਲਸ ਨੇ ਚੇਤਾਵਨੀ ਦਿੱਤੀ ਹੈ ਕਿ ਮੈਨੀਟੋਬਾ ਵਿੱਚ ਜੋ ਪੇਂਡੂ ਖੇਤਰ ਨੇ ਉੱਥੇ ਕੋਵਿਡ-19 ਦੇ ਕਰਕੇ ਵੀ ਜੋ ਹਾਲਾਤ ਬਣੇ ਹੋਏ ਨੇ ਤੇ ਇਸ ਦੇ ਨਾਲ ਹੀ ਪੈਰਾਮੈਡਿਕ ਸਰਵਿਸ ਪਹੁੰਚਣ ਦੇ ਵਿੱਚ ਦੇਰੀ ਤੇ ਦਿੱਕਤ ਦਾ ਸਾਹਮਣਾ ਕੀਤਾ ਜਾ ਰਿਹਾ ਹੈ। ਕਿਊਬੈਕ ਵਿੱਚ ਜੋ ਇੱਕ 7 ਸਾਲ ਦੀ ਬੱਚੀ ਨੂੰ ਉਸੇ ਦੇ ਪਿਤਾ ਨੇ ਟੇਪ ਦੇ ਨਾਲ ਬੰਨ੍ਹ ਦਿੱਤਾ ਸੀ, ਜਿਸ ਤੋਂ ਬਾਅਦ ਸਾਲ 2019 ਵਿੱਚ ਉਸ ਬੱਚੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ 32 ਸਾਲ ਦੇ ਉਸ ਪਿਤਾ ਨੂੰ ਹੁਣ 4 ਸਾਲ ਦੇ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਮੌਂਟਰੀਅਲ ਵਿੱਚ ਹਸਪਤਾਲ ਦੇ ਅੰਦਰ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਜੋ ਪਹਿਲਾਂ ਅਪਾਇੰਟਮੈਂਟਸ ਬਣੀਆਂ ਹੋਈਆਂ ਸਨ, ਕੈਂਸਰ ਤੇ ਦਿਲ ਦੀ ਬਿਮਾਰੀ ਨਾਲ ਸੰਬੰਧਿਤ ਸਰਜਰੀਜ਼ ਹੋਣੀਆਂ ਸੀ, ਜੋ ਫਿਲਹਾਲ ਉਹਨਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਤਾਂ ਕਿ ਕੋਵਿਡ-19 ਦੇ ਮਰੀਜ਼ਾਂ ਦੇ ਲਈ ਬੈੱਡ ਵਿਹਲੇ ਰਹਿਣ। ਮੌਂਟਰੀਅਲ ਦੇ ਕੋਲ 3 ਸੜਕ ਹਾਦਸੇ ਹੋਏ ਨੇ, ਜਿਸ ਦੇ ਵਿੱਚ ਕਾਰਾਂ ਟਕਰਾਈਆਂ ਨੇ, ਜਿਸ ਤੋਂ ਬਾਅਦ 5 ਜਣਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਮੌਂਟਰੀਅਲ ਦੇ ਇੱਕ ਰੇਡੀਓ ਸਟੇਸ਼ਨ ਦੇ ਲਈ ਹਾਈਤੀ ਵਿੱਚ ਕੰਮ ਕਰਦੇ 32 ਸਾਲ ਦੇ ਪੱਤਰਕਾਰ ਨੂੰ ਗੋਲੀ ਮਾਰੀ ਗਈ ਹੈ, ਜਿਸ ਦੀ ਮੌਤ ਹੋ ਗਈ ਹੈ। ਏਅਰ ਕੈਨੇਡਾ ਨੇ ਉਹਨਾਂ 19 ਯਾਤਰੀਆਂ ਨੂੰ ਬੈਨ ਕਰਨ ਦਾ ਐਲਾਨ ਕੀਤਾ ਹੈ ਜੋ ਸਨਵਿੰਗ ਪਲੇਨ ਦੇ ਵਿੱਚ ਪਾਰਟੀ ਕਰ ਰਹੇ ਸਨ। ਐਲਬਰਟਾ ਵਿੱਚ ਸ਼ੁੱਕਰਵਾਰ ਨੂੰ ਕੋਵਿਡ-19 ਦੇ 6257 ਨਵੇਂ ਮਾਮਲੇ ਸਾਹਮਣੇ ਆਏ ਨੇ। ਸੂਬੇ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਕੈਲਗਰੀ ਵਿੱਚ ਲਾਪਤਾ ਇਸ ਡਗਲਸ ਨਾਮਕ ਵਿਅਕਤੀ ਨੂੰ ਲੱਭਣ ਦੇ ਲਈ ਪੁਲਿਸ ਤੇ ਭਾਈਚਾਰੇ ਵੱਲੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਕੈਲਗਰੀ ਦੇ ਦੱਖਣ ਪੂਰਬੀ ਭਾਈਚਾਰੇ ਨਾਲ ਇਹ ਸਬੰਧ ਰੱਖਦਾ ਹੈ, ਜਿਸ ਨੂੰ ਆਖਰੀ ਵਾਰ ਵੀਰਵਾਰ ਦੇ ਦਿਨ ਸ਼ਾਮ ਨੂੰ 7:45 ਤੋਂ ਲੈ ਕੇ 8:15 ਦੇ ਦਰਮਿਆਨ ਦੇਖਿਆ ਗਿਆ ਸੀ। ਐਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਨੇ ਕਹਿ ਦਿੱਤਾ ਹੈ ਕਿ ਉਹ ਇਹ ਗੱਲ ਨਹੀਂ ਮੰਨਣਗੇ ਜੋ ਕੋਵਿਡ-19 ਦੇ ਟੀਕਿਆਂ ਨੂੰ ਲਾਜ਼ਮੀ ਕੀਤੇ ਜਾਣ ਦੇ ਲਈ ਸੂਬੇ ਦੇ ਉੱਤੇ ਛੱਡਿਆ ਗਿਆ ਹੈ ਤੇ ਸਿਹਤ ਮੰਤਰੀ ਨੇ ਉਹਨਾਂ ਨੂੰ ਕਿਹਾ ਹੈ ਕਿ ਕੋਵਿਡ-19 ਦੇ ਟੀਕਿਆਂ ਨੂੰ ਸੂਬੇ ਵਿੱਚ ਲਾਜ਼ਮੀ ਕੀਤਾ ਜਾਵੇ। ਕੈਲਗਰੀ ਵਿੱਚ ਜੋ ਗੋਲੀ ਚੱਲਣ ਦਾ ਮਾਮਲਾ ਵੀਰਵਾਰ ਦੀ ਦੁਪਹਿਰ ਨੂੰ ਸਾਹਮਣੇ ਆਇਆ ਸੀ 3:30 ਵਜੇ ਦੇ ਨੇੜੇ, ਜੋ ਕਿ 1200 ਬਲਾਕ ਤੇ 17 ਸਟਰੀਟ ਸਾਊਥ ਵੈਸਟ ਦੇ ਨੇੜੇ ਸਾਹਮਣੇ ਆਇਆ ਸੀ। ਉਸ ਦੇ ਵਿੱਚ ਸ਼ੁੱਕਰਵਾਰ ਨੂੰ ਪੁਲਿਸ ਨੇ ਦੱਸਿਆ ਕਿ 36 ਸਾਲਾ ਐਰਿਕ ਰਿੰਡੋ ਦੇ ਵਜੋਂ ਮ੍ਰਿਤਕ ਦੀ ਪਛਾਣ ਹੋਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਵਾਸੀ ਲੱਖਾਂ ਦੀ ਗਿਣਤੀ ਵਿੱਚ ਕੰਮਾਂ ਦੇ ਉੱਤੇ ਪਰਤੇ ਤੇ ਨਾਲ ਹੀ ਲੱਖਾਂ ਨੌਕਰੀਆਂ ਵਾਪਸ ਆਈਆਂ ਨੇ, ਪਰ ਇਸ ਸਮੇਂ ਜੋ ਕੋਵਿਡ-19 ਦੇ ਕਰਕੇ ਹਾਲਾਤ ਬਣੇ ਹੋਏ ਨੇ, ਇਸ ਦੌਰਾਨ ਉਹ ਕਾਮੇ, ਪਰਿਵਾਰ ਤੇ ਨਾਲ ਹੀ ਵਪਾਰਾਂ ਨੂੰ ਮਦਦ ਦੇਣੀ ਜਾਰੀ ਰੱਖਣਗੇ। ਕੈਨੇਡਾ ਵਿੱਚ ਜਨਵਰੀ 6 ਦੀ ਸਵੇਰ ਨੂੰ ਵੱਡੇ ਕਾਰਗੋ ਪਲੇਨ ਪਹੁੰਚੇ, ਜਿਸ ਦੇ ਵਿੱਚ ਕੋਵਿਡ-19 ਦੇ ਟੀਕੇ ਤੇ ਨਾਲ ਹੀ ਰੈਪਿਡ ਟੈਸਟ ਕਿੱਟ ਨੇ ਜੋ ਉਹ ਲਿਆਂਦੇ ਜਾ ਰਹੇ ਨੇ। ਇਸ ਦੌਰਾਨ ਕੈਨੇਡਾ ਸਰਕਾਰ ਦਾ ਟੀਚਾ ਹੈ ਕਿ ਜਨਵਰੀ ਮਹੀਨੇ ਦੇ ਵਿੱਚ ਹੀ 140 ਮਿਲੀਅਨ ਰੈਪਿਡ ਟੈਸਟ ਕਿੱਟ ਕੈਨੇਡਾ ਪਹੁੰਚ ਸਕਣ। ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਕਿਊਬੈਕ ਵਿੱਚ 200 ਫੌਜੀ ਭੇਜੇ ਗਏ ਨੇ, ਜੋ ਕਿ ਕੋਵਿਡ-19 ਦੇ ਟੀਕੇ ਲਗਾਉਣ ਦੇ ਵਿੱਚ ਵੱਖੋ ਵੱਖਰੇ ਕਲੀਨਿਕਸ ਦੇ ਉੱਤੇ ਕੰਮ ਕਰ ਰਹੇ ਨੇ।
ਕੰਜ਼ਰਵੇਟਿਵ ਦੇ ਵੱਲੋਂ ਐਮਪੀ ਜਸਰਾਜ ਸਿੰਘ ਹੱਲਣ ਨੇ ਬਿਆਨ ਜਾਰੀ ਕੀਤਾ ਹੈ, ਜਿਸ ਦੇ ਵਿੱਚ ਲਿਬਰਲ ਸਰਕਾਰ ਦੀ ਨਿਖੇਧੀ ਕੀਤੀ ਹੈ ਉਹਨਾਂ ਨੇ, ਜੋ 18 ਲੱਖ ਦੇ ਕਰੀਬ ਬੈਕਲੌਗ ਪਏ ਨੇ, ਜੋ ਫਾਈਲਾਂ ਦੀ ਪ੍ਰਕਿਰਿਆ ਅੱਗੇ ਨਹੀਂ ਵਧ ਰਹੀ, ਜਿਨ੍ਹਾਂ ਨੇ ਪੀਆਰ ਜਾਂ ਫਿਰ ਵਰਕ ਪਰਮਿਟ ਦੇ ਵਾਸਤੇ ਫਾਈਲਾਂ ਕੈਨੇਡਾ ਦੇ ਵਿੱਚ ਲਾਈਆਂ ਹੋਈਆਂ ਨੇ, ਜੋ ਕੰਮ ਬਹੁਤ ਹੌਲੀ ਚੱਲ ਰਿਹਾ ਹੈ। ਕੈਨੇਡਾ ਬਾਰਡਰ ਸਰਵਿਸ ਏਜੰਸੀ ਤੇ ਨਾਲ ਹੀ ਆਰਸੀਐਮਪੀ ਨੇ ਮਿਲ ਕੇ ਇੱਕ ਕਿਸ਼ਤੀ ਅਜਿਹੀ ਕਾਬੂ ਕੀਤੀ ਹੈ, ਜਿਸ ਦੇ ਵਿੱਚ 200 ਕਿਲੋ ਦੇ ਨੇੜੇ ਉਹਨਾਂ ਨੂੰ ਭੰਗ ਮਿਲੀ ਹੈ, ਜਿਸ ਮਾਮਲੇ ਵਿੱਚ ਇੱਕ 49 ਸਾਲਾ ਟੋਰਾਂਟੋ ਦੇ ਰਹਿਣ ਵਾਲੇ ਕੈਨੇਥ ਹੋਡਸ ਤੇ ਨਾਲ ਹੀ ਟੋਰਾਂਟੋ ਦੇ ਰਹਿਣ ਵਾਲੇ 33 ਸਾਲਾ ਜੋਨਾਥਨ ਲੈਪੋਰਟ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਨੇ। ਕੈਨੇਡਾ ਬਾਰਡਰ ਤੋਂ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੇਸ਼ੱਕ ਕੈਨੇਡਾ ਵਿੱਚ ਕੋਈ ਹਵਾਈ ਸਫ਼ਰ ਕਰਕੇ ਆਉਂਦਾ ਹੈ, ਸਮੁੰਦਰੀ ਰਾਹ ਦੇ ਰਾਹੀਂ ਆਉਂਦਾ ਹੈ ਜਾਂ ਫਿਰ ਲੈਂਡ ਬਾਰਡਰ ਦੇ ਰਾਹੀਂ ਆਉਂਦਾ ਹੈ, ਇਸ ਤਰ੍ਹਾਂ ਧਿਆਨ ਰੱਖਿਆ ਜਾਵੇ ਕਿ ਕੈਨੇਡਾ ਵਿੱਚ ਦਾਖਲ ਹੋਣ ਸਮੇਂ ਕਈ ਹਦਾਇਤਾਂ ਲਾਗੂ ਨੇ ਤੇ ਜਿਹੜੇ ਸਵਾਲ ਪੁੱਛੇ ਜਾਂਦੇ ਨੇ ਉਹਨਾਂ ਦਾ ਬਿਲਕੁਲ ਵੀ ਗਲਤ ਜਵਾਬ ਨਾ ਦਿੱਤਾ ਜਾਵੇ। ਕੈਨੇਡਾ ਤੋਂ ਮੁੱਖ ਸਿਹਤ ਅਧਿਕਾਰੀ ਡਾਕਟਰ ਥੈਰੇਸਾ ਟੈਮ ਨੇ ਬਿਆਨ ਜਾਰੀ ਕੀਤਾ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੇਸ਼ ਭਰ ਵਿੱਚ ਓਮਿਕਰੋਨ ਦੇ ਮਾਮਲੇ ਲਗਾਤਾਰ ਵਧ ਰਹੇ ਨੇ ਤੇ ਇਸ ਦੌਰਾਨ ਬੂਸਟਰ ਸ਼ਾਟ ਜ਼ਿਆਦਾ ਤੋਂ ਜ਼ਿਆਦਾ ਲਗਵਾਏ ਜਾਣ, ਇਸ ਦੀ ਲੋੜ ਹੈ, ਜਿਸ ਦੇ ਲਈ ਫਾਈਜ਼ਰ ਤੇ ਮੋਡਰਨਾ ਦੇ ਜੋ ਟੀਕੇ ਨੇ ਉਹਨਾਂ ਨੂੰ ਜ਼ਿਆਦਾ ਅਸਰਦਾਰ ਮੰਨਿਆ ਜਾ ਰਿਹਾ ਹੈ, ਜਿਸ ਦੇ ਸਬੂਤ ਵੀ ਸਾਹਮਣੇ ਆਏ ਨੇ। ਇਸ ਦੇ ਬਾਰੇ ਡਾਕਟਰ ਥੈਰੇਸਾ ਟੈਮ ਨੇ ਦਾਅਵਾ ਕੀਤਾ। ਸ਼ੁੱਕਰਵਾਰ ਦੀ ਰਾਤ ਨੂੰ 10:15 ਦੇ ਉੱਤੇ ਟੋਰਾਂਟੋ ਪੁਲਿਸ ਨੇ ਦੱਸਿਆ ਕਿ ਐਟੋਬਿਕੋਕ ਖੇਤਰ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੈ, ਜੋ ਕਿ ਦ ਵੈਸਟ ਮਾਲ ਖੇਤਰ ਦੇ ਵਿੱਚ ਇੱਕ ਜਿਮ ਦੇ ਨੇੜੇ ਗੋਲੀਆਂ ਚੱਲੀਆਂ ਨੇ।